ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਨ ਜਹੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮੈ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਨਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਾਹਉ ਬਕੋ ਸੁਬਰਸਨਾ ਦੀਜਹ ਪ੍ਰਾਣ ਅਕੋਰ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚਾ ਸੁਦਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਾ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਕੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹਾ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰ ਅਰ ਸਹੁ ਗੁਰ ਸਹੁ ਝਟਿਆ ਤੁਧ ਡਿਠੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੇ ਕਟਿਆ ਜਨ ਸਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ
ਮਹੱਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਸੁਖ ਸਾਗਰ ਗੁਰ ਪਾਇਆ, ਤਾ ਸਹਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆਠ ਪਹਰ ਗੁਣ ਗਾਏ। ਗੁਰ ਪੂਰੇ ਤੇ ਪਾਏ, ਰਹਾਓ ਪ੍ਰਭ ਕੇ ਅਕਥ ਕਹਾਣੀ। ਜਨ ਬੋਲ ਹੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੇ। ਗੁਰਪੂਰੇ ਤੇ ਜਾਣੇ, ਪ੍ਰਭ ਕੇ ਅਕਥ ਕਹਾਣੀ। ਜਨ ਬੋਲ ਹੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੇ। ਗੁਰਪੂਰੇ ਤੇ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਰੱਖਿਅਕ ਪਰਉਪਕਾਰ ਤਿਆਗ, ਅਨੁਰਾਗ ਵੈਰਾਗ ਦੀ ਮੂਰਤ। ਤੇਗ ਦੇ ਧਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚੌਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਆਵਾਜ਼ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਤ ਸੰਗਤ ਜੀਓ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਭਾਵੇਂ ਕਿ ਮੌਸਮ ਖਰਾਬ ਵੀ ਹੈ, ਬਰਸਾਤ ਦਾ ਮੌਸਮ ਹੈ, ਪਰ ਫਿਰ ਵੀ ਗੁਰਚਰਨਾਂ ਦੇ ਨਾਲ ਪਿਆਰ ਹੈ। ਗੁਰੂ ਦੇ ਦਰਸ਼ਨਾਂ ਦੀ ਤੜਪ ਹੈ। ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਦਰਸ਼ਨ ਦੇਖ ਜੀਵਾ ਗੁਰੂ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ।
ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਿਹਾਰੀ ਸਤਿਗੁਰ ਚਰਨਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਰੂਪ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਬਹੁਤ ਹੀ ਪ੍ਰੇਮ ਸਹਿਤ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ, ਜੋ ਹੁਣੇ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਸੋਰਠ ਰਾਗ ਦੇ ਅੰਦਰ ਪੰਚਮ ਗੁਰਦੇਵ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ। ਪ੍ਰਤਖ ਹਰੀ ਸਵਰੂਪ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਜੋ ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਸ਼ਬਦ ਪ੍ਰਾਪਤ ਹੋਇਆ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 625 ਅੰਗ ਤੋਂ ਲੈ ਕੇ 626 ਅੰਗ ਤੇ ਇਹ ਪਾਵਨ ਸ਼ਬਦ ਸੁਭਾਏ ਮਨ ਹੈ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਹਿਰਦੇ ਰੂਪੀ ਘਰ ਦਾ ਜ਼ਿਕਰ ਕੀਤਾ ਹੈ ਕਿ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਹੈ, ਸਿਮਰਨ ਹੈ, ਉਹ ਹਿਰਦਾ ਰੂਪੀ ਘਰ ਗੁਰੂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਸੁਖ ਦੇ ਸਹਿਤ ਵਸਾ ਦਿੱਤਾ ਹੈ। ਘਰ ਸ਼ਬਦ ਕਈ ਰੂਪਾਂ ਵਿੱਚ ਆਇਆ ਹੈ। ਇੱਕ ਘਰ ਹੈ ਸਾਡੇ ਰਹਿਣ ਵਾਸਤੇ, ਜਿੱਥੇ ਅਸੀਂ ਰਹਿੰਦੇ ਹਾਂ, ਕਿਉਂਕਿ ਸਾਡੇ ਜੀਵਨ ਦੀਆਂ ਤਿੰਨ ਅਹਿਮ ਲੋੜਾਂ ਨੇ, ਰੋਟੀ, ਕੱਪੜਾ, ਮਕਾਨ। ਸਰੀਰ ਨੂੰ ਜੀਵਤ ਰੱਖਣ ਵਾਸਤੇ ਭੋਜਨ ਚਾਹੀਦਾ ਹੈ, ਤਨ ਢੱਕਣ ਵਾਸਤੇ ਵਸਤਰ ਚਾਹੀਦਾ ਹੈ, ਸਰਦੀ ਗਰਮੀ ਦੇ ਮੌਸਮ ਤੋਂ ਬਚਣ ਵਾਸਤੇ ਘਰ ਚਾਹੀਦਾ। ਇੱਕ ਉਹ ਘਰ ਹੈ। ਇੱਕ ਘਰ ਸ਼ਬਦ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਵਰਤਿਆ, ਘਰ ਪਹਿਲਾ, ਘਰ ਦੂਜਾ। ਇੱਥੇ ਘਰ ਤੋਂ ਭਾਵ ਹੈ ਕਿ ਇਸ ਸ਼ਬਦ ਨੂੰ ਇਸ ਸੁਰ ਤਾਲ ਦੇ ਵਿੱਚ ਗਾਇਨ ਕਰਨਾ ਹੈ। ਗੁਰਬਾਣੀ ਗੁਰੂ ਸਾਹਿਬ ਜੀ ਨੇ 17ਵੇਂ ਘਰ ਤੱਕ ਜਿਹੜੀ ਆ ਉਚਾਰਨ ਕੀਤੀ ਹੈ। ਤੇ ਇੱਕ ਹਿਰਦਾ ਰੂਪੀ ਘਰ ਹੈ, ਜਿਸ ਘਰ ਦੀ ਗੁਰੂ ਸਾਹਿਬ ਜੀ ਜ਼ਿਕਰ ਕਰ ਰਹੇ ਨੇ। ਇਹ ਸੰਸਾਰ ਵੀ ਘਰ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ, ਸੰਸਾਰ ਦੇ ਵਿੱਚ ਨਿਵਾਸ ਹੈ। ਇਹ ਜਗ ਸੱਚੇ ਕੀ ਹੈ ਕੋਠੜੀ। ਹਿਰਦੇ ਰੂਪੇ ਘਰ ਦੇ ਬਾਬਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜ਼ਿਕਰ ਕਰਦੇ ਆ, ਕਹਿੰਦੇ ਨੇ ਘਰ ਮੈਂ ਘਰ ਦੇ ਖਾਏ ਦੇ, ਕਿ ਸਰੀਰ ਰੂਪੀ ਇਸ ਘਰ ਦੇ ਵਿੱਚੋਂ ਉਹ ਜਗ੍ਹਾ, ਉਹ ਹਿਰਦਾ ਰੂਪੀ ਘਰ ਦਾ ਨਿਵਾਸ ਜਿੱਥੇ ਵਾਹਿਗੁਰੂ ਪਰਮੇਸ਼ਰ ਨਿਵਾਸ ਕਰਦਾ ਹੈ, ਸਤਿਗੁਰੂ ਜੀ ਕਿਰਪਾ ਕਰਕੇ ਉਹ ਮੈਨੂੰ ਵਿਖਾ ਦਿਓ।
ਸੋ ਸਤਿਗੁਰ ਪੁਰਖ ਸੁਜਾਨ। ਕਹਿੰਦੇ ਉਹ ਸਤਿਗੁਰੂ ਸਿਆਣਾ ਸੁਜਾਨ ਹੈ ਜਿਹੜਾ ਉਹ ਘਰ ਵਿਖਾ ਦੇਵੇ, ਉਹ ਜਗ੍ਹਾ, ਉਹ ਥਾਂ ਵਿਖਾ ਦੇਵੇ ਜਿੱਥੇ ਹਰੀ ਨਿਵਾਸ ਕਰਦਾ ਹਿਰਦੇ ਦੇ ਵਿੱਚ। ਘਰ ਇਸਤਰੀ ਨੂੰ ਵੀ ਕਿਹਾ ਘਰ ਕਾ ਮਾਸ ਚੰਗੇਰਾ। ਸੋ ਬਹੁ ਰੂਪ ਵਿੱਚ ਬਹੁਤਾਤ ਵਿੱਚ ਜਿਹੜਾ ਘਰ ਦੇ ਅਰਥ ਵੱਖੋ ਵੱਖਰੇ ਹਨ। ਜਿਹੜਾ ਸ਼ਬਦ ਵਰਤਿਆ ਹੈ, ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਾ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ ਤੇ ਘਰ ਮਰ ਹਟ ਸਾਰਖੇ, ਭੂਤ ਬਸੈ ਤਿਨ ਮਾਹੇ। ਜਿਸ ਘਰ ਦੇ ਵਿੱਚ ਜਾ ਘਰ ਸਾਧਨਾ ਸੇਵੀ ਹੈ, ਸਾਧ ਕਿਸੇ ਲਿਬਾਸ ਦਾ ਨਾਂ ਨਹੀਂ ਕਿ ਕਿਸੇ ਨੇ ਤਨ ਤੇ ਕੁਝ ਸਫੈਦ ਚੋਲਾ ਪਹਿਨ ਲਿਆ, ਭਗਵੇ ਰੰਗ ਦਾ ਪਹਿਨ ਲਿਆ, ਕੋਈ ਕਾਲਾ ਲਿਬਾਸ ਪਹਿਨ ਕੇ ਦਰਵੇਸ਼ ਬਣ ਜਾਏ। ਕਿਸੇ ਲਿਬਾਸ ਦਾ ਨਾ ਸਾਧ ਨਹੀਂ। ਸਾਧ ਹੈ ਜਿਹਨੇ ਆਪਣੇ ਆਪ ਨੂੰ ਸਾਧ ਲਿਆ। ਵਿਕਾਰਾਂ ਵਾਲੇ ਪਾਸੇ ਦੁਨਿਆਵੀ ਪਦਾਰਥਾਂ ਤੋਂ ਜਿਹਨੇ ਆਪਣੇ ਆਪ ਨੂੰ ਸਾਧ ਲਿਆ। ਕਹਿੰਦੇ ਜਿਸ ਘਰ ਦੇ ਵਿੱਚ ਐਸੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਜੇ ਉਹਨਾਂ ਦੀ ਸੇਵਾ ਨਹੀਂ, ਹਰੀ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਹੀਂ ਉਸ ਘਰ ਦੇ ਵਿੱਚ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਘਰ ਦੇ ਵਿੱਚ ਮਨੁੱਖ ਨਹੀਂ ਵਸਦੇ, ਮਾਨੋ ਭੂਤ ਬਸੈ ਤਿਨ ਮਾਹੇ। ਉਹਨਾਂ ਦੇ ਵਿੱਚ ਭੂਤ ਨੇ ਵਸਦੇ ਨੇ। ਤੇ ਸਾਹਿਬ ਜੀ ਕਹਿੰਦੇ ਕਿ ਇੱਕ ਘਰ ਉਹ ਹੈ ਜਿਸ ਘਰ ਦੇ ਬਾਬਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ 3 ਵਾਰੀ ਉਹ ਘਰ ਦਾ ਜ਼ਿਕਰ ਕੀਤਾ ਹੈ। ਕਿਉਂਕਿ ਘਰ ਦੀ ਹਰ ਜਿੱਥੇ ਮਨੁੱਖ ਨੂੰ ਲੋੜ ਹੈ, ਉੱਥੇ ਪਸ਼ੂ ਪੰਛੀ ਜੀਵ ਜੰਤੂ ਦੇ ਉਹਨਾਂ ਨੂੰ ਵੀ ਘਰ ਦੀ ਲੋੜ ਹੈ। ਪੰਛੀ ਆਲਣਾ ਬਣਾ ਕੇ ਰਹਿੰਦੇ ਨੇ, ਜੀਵ ਜੰਤੂ ਨੇ ਕਈਆਂ ਦਾ ਘਰ ਖੁੱਡ ਹੈ, ਖੁੱਡ ਦੇ ਵਿੱਚ ਰਹਿੰਦੇ ਨੇ। ਛੋਟਾ ਜਿਹਾ ਇੱਕ ਜਾਨਵਰ ਆਪਾਂ ਜੀਵ ਵੇਖਦੇ ਆ ਜਿਹਨੂੰ ਭਰਿੰਗੀ ਕਿਹਾ, ਉਹ ਥੋੜੀ ਥੋੜੀ ਮਿੱਟੀ ਲਿਆਉਂਦਾ ਤੇ ਘਰ ਦੇ ਕਾਰਨਰ ਦੇ ਵਿੱਚ ਜਿਹੜਾ ਉਹ ਆਪਣਾ ਛੋਟਾ ਜਿਹਾ ਘਰ ਬਣਾ ਕੇ ਉਹਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ। ਇੱਕ ਆਪਾਂ ਕਾਲੇ ਰੰਗ ਦੀ ਇੱਕ ਛੋਟੀ ਜਿਹੀ ਚਿੜੀ ਹੈ ਵੇਖਦੇ ਆ, ਉਹ ਵੀ ਮਿੱਟੀ ਲਿਆਉਂਦੀ ਹੈ ਤੇ ਕਿਸੇ ਦੀਵਾਰ ਦੇ ਨਾਲ ਥੋੜੀ ਥੋੜੀ ਮਿੱਟੀ ਲਿਆ ਕੇ ਘਰ ਬਣਾ ਕੇ ਉਹਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ। ਤੇ ਜੇ ਧਰਮ ਗ੍ਰੰਥਾਂ ਸ਼ਾਸਤਰਾਂ ਨੂੰ ਪੜ੍ਹਿਆ ਪਤਾ ਲੱਗਦਾ ਹੈ ਕਿ ਵਿਸ਼ਕਰਮਾ ਨੇ ਦੇਵਤਿਆਂ ਦੇ ਰਹਿਣ ਵਾਸਤੇ ਬੜੇ ਸੋਹਣੇ ਸੁੰਦਰ ਘਰ ਬਣਾ ਕੇ ਦਿੱਤੇ। ਉੱਥੇ ਵਾਹਿਗੁਰੂ ਦਾ ਵੀ ਘਰ ਹੈ ਜਿਸ ਘਰ ਦੇ ਵਿੱਚ ਬੈਠ ਕਰਕੇ ਉਹ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ, ਜਿਹਦੇ ਬਾਬਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ 300 ਦਰ ਉਚਾਰਨ ਕੀਤੇ ਨੇ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ, ਸੋਦਰ ਪੜ੍ਹਦੇ ਆ, ਵਿੱਚ ਬਾਣੀ ਆਉਂਦੀ ਹੈ ਗੁਰੂ ਸਾਹਿਬ ਦੀ ਉਚਾਰਨ ਕੀਤੀ। ਰਹਿਰਾਸ ਸਾਹਿਬ ਦਾ ਪਾਠ ਕਰਦੇ ਆ, ਸੋਦਰ ਬਾਣੀ ਪੜ੍ਹਦੇ ਆ। ਆਸਾ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਸੋਦਰ ਉਚਾਰਨ ਕੀਤਾ। ਇਹਨਾਂ ਤਿੰਨੇ ਸੋਦਰਾਂ ਦੇ ਵਿੱਚ ਥੋੜਾ ਪਾਠ ਦਾ ਜਿਹੜਾ ਹੈ ਉਹ ਲਗਾ ਮਾਤਰਾ ਦਾ ਜਿਹੜਾ ਫਰਕ ਹੈ। ਸਾਹਿਬ ਜੀ ਕਹਿੰਦੇ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਸੋਦਰ ਦੇ ਵਿੱਚ ਜਿਹੜੀ ਪੰਕਤੀ ਆਉਂਦੀ ਹੈ ਉਹ ਵੀ ਇਹਦੇ ਨਾਲ ਸੇਮ ਹੈ, ਤੇ ਜਿਹੜੀ ਆਸਾ ਰਾਗ ਵਿੱਚ ਆਉਂਦੀ ਹੈ ਉੱਥੇ ਸੰਭਾਲੇ ਤੋਂ ਮੰਮੇ ਦੇ ਥੱਲੇ ਛੋਟੀ ਜੀ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਡੰਡੀ ਖਿੱਚੀ ਹੈ, ਹਲੰਤ ਕਹਿੰਦੇ ਆ, ਉੱਥੇ ਥੋੜਾ ਜਿਹਾ ਫਰਕ ਪਾਇਆ।
ਭਾਵ ਵਾਹਿਗੁਰੂ ਪਰਮੇਸ਼ਰ ਦਾ ਘਰ ਵੀ ਬੜਾ ਸੋਹਣਾ ਹੈ, ਬੜਾ ਸੁੰਦਰ ਹੈ। ਤੇ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਐਸਾ ਮਨੁੱਖ ਜਿਹਦੀ ਚੰਗੀ ਜਾਤ ਨਾ ਹੋਵੇ, ਜਿਹਨੂੰ ਕੋਈ ਚੰਗਾ ਸਤਿਕਾਰ ਨਾ ਦਿੰਦਾ ਹੋਵੇ, ਕੋਈ ਉੱਚੀ ਕੁੱਲ ਨਾ ਹੋਵੇ, ਕੱਪੜੇ ਤਨ ਦੇ ਉਹਦੇ ਪਾਟੇ ਹੋਣ, ਤਨ ਤੇ ਵਸਤਰ ਵੀ ਚੰਗੇ ਨਾ ਹੋਣ, ਉਹਦੇ ਕੋਲ ਕੋਈ ਬਹੁਤੀ ਮਾਇਆ ਵੀ ਨਾ ਹੋਵੇ, ਬਹੁਤ ਗਰੀਬ ਹੋਵੇ, ਤੇ ਸੰਸਾਰ ਉਹਨੂੰ ਕੋਈ ਬਹੁਤੀ ਇੱਜ਼ਤ ਨਾ ਦਿੰਦਾ ਹੋਵੇ, ਤੇ ਕਹਿੰਦੇ ਜੇ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਨਾ, ਮਾਨੋ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੇਨਾ। ਪਾਤਸ਼ਾਹ ਕਹਿੰਦੇ ਉਹਦੀ ਕੋਈ ਚੰਗੀ ਜਾਤ ਨਾ ਹੋਵੇ, ਟੁੱਟੀ ਜਿਹੀ ਛੰਨ ਵਿੱਚ ਰਹਿੰਦਾ ਹੋਵੇ ਉਹ, ਤੇ ਪਾਤਸ਼ਾਹ ਕਹਿੰਦੇ ਉਹਨੂੰ ਕੋਈ ਬਹੁਤੀ ਇੱਜ਼ਤ ਦੇਣ ਵਾਲਾ ਨਾ ਹੋਵੇ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਉਹਦਾ ਮਨ ਭਿੱਜਿਆ ਹੋਇਆ ਨਾ ਨਾਮ ਵਿੱਚ, ਤੇ ਮਾਨੋ ਪਾਤਸ਼ਾਹ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤਿਸ ਕੀ ਧੂੜ ਮਨ ਉਧਰੈ ਪ੍ਰਭੂ ਸੋ ਪ੍ਰਸੰਨਾ, ਉਹਦੀ ਧੂੜ ਦੇ ਨਾਲ ਜਗਤ ਦਾ ਉਧਾਰ ਹੋ ਜਾਂਦਾ, ਜਿਹੜੀ ਉਹਦੀ ਚਰਨ ਧੂੜੀ ਜਿਨ੍ਹਾਂ ਨੂੰ ਉਹਦੀ ਪ੍ਰਾਪਤ ਹੋ ਜਾਏ। ਤੇ ਦੂਜੇ ਪਾਸੇ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਉਹਨਾਂ ਦੇ ਬਾਵ ਸ਼ਬਦ ਕਹਿੰਦੇ ਭਲੇ ਸੁਹਾਵੇ ਛਾਪਰੀ ਜਾਮੈ ਗੁਣ ਗਾਏ। ਉਹ ਛਪੜੀ ਵੀ ਜਿਹੜੀ ਹੈ ਸੁਹਾਵਣੀ ਬਣ ਜਾਂਦੀ ਹੈ, ਸ਼ੋਭਨੀਕ ਬਣ ਜਾਂਦੀ ਹੈ, ਜਿੱਥੇ ਪਰਮੇਸ਼ਰ ਦੀ ਯਾਦ ਹੈ, ਜਿਸ ਪਰਮੇਸ਼ਰ ਜਿੱਥੇ ਨਾਮ ਜਪਿਆ ਜਾਂਦਾ ਹੈ। ਤੇ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਕਿਤੇ ਨਾ ਕਾਮਨਾ ਭਲੇ ਸੁਹਾਵੇ ਛਾਪਰੀ ਜਾਮੈ ਗੁਣ ਗਾਏ। ਤੇ ਦੂਜੇ ਪਾਸੇ ਕਹਿੰਦੇ ਭਾਵੇਂ ਕਿੱਡੇ ਕਿੱਡੇ ਮਹਿਲ ਹਨ, ਜੇ ਉਹਨਾਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਤੇ ਉਹ ਕਿਸੇ ਵੀ ਕੰਮ ਨਹੀਂ। ਮਾਨੋ ਉਹ ਸਖਣੇ ਨੇ, ਉਹਨਾਂ ਵਿੱਚ ਕੋਈ ਰੌਣਕ ਨਹੀਂ, ਉਹ ਬੇਰੌਣਕੇ ਨੇ। ਸੋ ਸਾਹਿਬ ਜੀ ਕਹਿੰਦੇ ਹੁਣ ਭਗਤ ਨਾਮਦੇਵ ਜੀ ਦੀ ਜਿਹੜੇ ਘਰ ਸੀ, ਉਹ ਇੱਕ ਸੇਠ ਨੇ, ਇੱਕ ਸ਼ਾਹੂਕਾਰ ਨੇ ਤੋੜ ਕੇ ਉਹ ਘਰ ਜਿਹੜਾ ਸੀ ਉੱਥੇ ਚੰਗੀਆਂ ਡੂੰਘੀਆਂ ਨੀਹਾਂ ਪੁੱਟ ਕੇ ਆਪਣਾ ਮਹਿਲ ਉਸਾਰ ਲਿਆ। ਤੇ ਭਗਤ ਨਾਮਦੇਵ ਜੀ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਨ ਤਰ ਮੂਡ ਬੁਲਾਏ। ਹਮਰੋ ਕਰਤਾ ਰਾਮ ਸਨੇਹੀ ਕਾਹੇ ਦੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਮਾਰ ਕੰਡੇ ਦੀ ਸਭ ਤੋਂ ਵੱਧ ਉਮਰ ਹੋਈ ਹੈ, ਤੇ ਉਹ ਕੱਖਾਂ ਦੇ ਕੁੱਲੇ ਦੇ ਵਿੱਚ ਸਾਰੀ ਉਮਰ ਉਹਨੇ ਬਤੀਤ ਕਰ ਦਿੱਤੀ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦੇ ਆ, ਬੰਦਗੀ ਕਰਦੇ ਆ। ਕਾਹੇ ਦੇ ਨਰ ਗਰਭ ਕਰਤੋ ਬੜੇ ਬੜੀਆਂ ਡੂੰਘੀਆਂ ਪੱਟ ਕੇ ਬੜੇ ਬੜੇ ਵੱਡੇ ਮਹਿਲ ਉਸਾਰ ਲਏ, ਬੜੇ ਹੰਕਾਰੀ ਬਣ ਗਏ। ਤੇ ਕਹਿਣ ਲੱਗੇ ਝੂਠੀ ਦੇਹ ਨੇ ਬਿਨਸ ਜਾਣਾ, ਜਿਹਨੂੰ ਇਹ ਸੋਹਣੇ ਮੰਦਰਾਂ ਦੇ ਵਿੱਚ ਮਹਿਲਾਂ ਵਿੱਚ ਰਹਿ ਕੇ ਜਿਹਦਾ ਹੰਕਾਰ ਕਰਦਾ। ਤੇ ਹੁਣ ਦੂਜੇ ਪਾਸੇ ਜਦੋਂ ਭਗਤ ਨਾਮਦੇਵ ਦੀ ਛਪਰੀ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਬਣਾਈ, ਤੇ ਉਥੇ ਪਾਵਨ ਸ਼ਬਦ ਉਚਾਰਨ ਕਰਦੇ ਨੇ। ਗੁਆਂਢਣ ਪੁੱਛਦੀ ਹੈ ਵੀ ਆ ਛਪੜੀ, ਆ ਜਿਹੜੀ ਛਪਰੀ ਹੈ ਘਰ ਤੇਰਾ ਬਣਾਇਆ ਬੜਾ ਸੋਹਣਾ ਬਣਿਆ, ਕਿਹੜੇ ਮਿਸਤਰੀ ਨੇ, ਕਾਰੀਗਰ ਨੇ ਬਣਾਇਆ, ਮੈਨੂੰ ਦੱਸ, ਮੈਂ ਤੇਰੇ ਤੋਂ ਦੁੱਗਣੀ ਮਜ਼ਦੂਰੀ ਉਹਨੂੰ ਦੇ ਦਿਆਂਗੀ, ਮੈਨੂੰ ਵੀ ਉਹ ਕਾਰੀਗਰ ਦਾ ਪਤਾ ਦੱਸ ਦੇ। ਪਾੜ ਪੜੋਸਨ ਪੂਛ ਲੈ ਨਾਮਾ, ਕਾ ਪਹਿਛਾਨ ਸ਼ਵਾਈ ਹੋ, ਤੋ ਪਹਿ ਦੁਗਣੀ ਮਜ਼ਦੂਰੀ ਦੇਹੋ, ਮੈਂ ਕੋ ਬੇਡੀ ਦੇਹੋ ਬਤਾਈ ਹੋ। ਉਹ ਬੇਡੀ, ਉਹ ਮਿਸਤਰੀ, ਉਹ ਕਾਰੀਗਰ ਕਿਹੜਾ ਹੈ, ਉਹ ਮੈਨੂੰ ਵੀ ਦੱਸ ਦੇ। ਕਿਉਂਕਿ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਗੁਰੂ ਵਾਹਿਗੁਰੂ ਫਿਰ ਉਹਨਾਂ ਦੇ ਕਾਰਜ ਆਪ ਸਵਾਰਦਾ ਤੇ ਉਹਨਾਂ ਦੇ ਦੁਸ਼ਟਾਂ ਦਾ, ਦੋਖੀਆਂ ਦਾ ਨਾਸ਼ ਕਰਦਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਦੁਸ਼ਟਾਂ ਦੋਖੀਆਂ ਦਾ ਉਹ ਨਾਸ਼ ਕਰਦਾ ਹੈ।
ਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਫਿਰ ਵਾਹਿਗੁਰੂ ਦਾ ਜਿਹੜਾ ਸੋਹਣਾ ਸੁੰਦਰ ਘਰ ਬਣਿਆ, ਸੂਖ ਮੈਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸਹ ਭਗਤ ਪਿਆਰੇ। ਉਹਦੀ ਭਗਤੀ ਕਰਨ ਵਾਲੇ, ਉਹਦੀ ਬੰਦਗੀ ਕਰਨ ਵਾਲੇ ਫਿਰ ਉਸੇ ਘਰ ਦੇ ਸੁੱਖਾਂ ਵਿੱਚ ਸੁੱਖਾਂ ਦੇ ਸਹਿਤ ਵਸਦੇ ਨੇ, ਜਿੱਥੇ ਕੀ ਹੈ ਬੇਗਮਪੁਰਾ ਸ਼ਹਿਰ ਕੋ ਨਾਉ, ਗਮ ਤੋਂ ਰਹਿ ਤੋਂ ਸ਼ਹਿਰ ਹੈ। ਜਿੱਥੇ ਵਾਹਿਗੁਰੂ ਦਾ ਨਿਵਾਸ ਹੈ, ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦਾ ਨਿਵਾਸ ਹੈ, ਉੱਥੇ ਕੋਈ ਗਮ ਨਹੀਂ। ਐਸੇ ਉਸ ਘਰ ਦੇ, ਉਸ ਸ਼ਹਿਰ ਦੇ ਉਹ ਵਾਸੀ ਬਣ ਜਾਂਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ। ਸੋ ਘਰ ਦੇ ਬਾਬਤ ਸਾਰ ਕੁਤਾਵਲੀ ਦੇ ਕਰਤਾ ਪੰਡਤ ਹਰਦਿਆਲ ਜੀ ਲਿਖਦੇ ਨੇ, ਉਹ ਕਹਿੰਦੇ ਕਿ ਜੰਗਲ ਦੇ ਵਿੱਚ ਇੱਕ ਵਿਜੜਾ ਜਿਹੜਾ ਆਪਣਾ ਆਲਣਾ ਬਣਾ ਕੇ ਰਹਿ ਰਿਹਾ ਹੈ, ਪੋਹ ਦੇ ਦਿਨ ਸਨ, ਬੜੀ ਠੰਡ ਪੈ ਰਹੀ, ਉਤੋਂ ਬਾਰਿਸ਼ ਵੀ ਪੈ ਰਹੀ ਹੈ, ਠੱਕਾ ਵਗਦਾ। ਹੁਣ ਇੱਕ ਉਧਰ ਬਾਂਦਰ ਹੈ, ਉਹ ਠੁਰੋ ਠੁਰੋ ਕਰ ਰਿਹਾ, ਮੀਂਹ ਦਾ ਭਿੱਜਿਆ ਹੋਇਆ, ਠੰਡ ਲੱਗਦੀ ਹੈ, ਤੇ ਵਿਜੜਾ ਉਹਨੂੰ ਵੇਖਦਾ ਹੈ ਕਿ ਠੰਡ ਨਾਲ ਭਿੱਜਿਆ ਹੋਇਆ ਠਰ ਰਿਹਾ, ਤੇ ਉਹਨੂੰ ਸਮਝਾਉਣ ਵਾਸਤੇ ਸਿਆਣੀ ਗੱਲ ਉਹਨੇ ਕਹੀ। ਕਹਿਣ ਲੱਗਾ ਕਿ ਵੇਖ, ਤੇਰਾ ਸਰੀਰ ਬੰਦੇ ਵਰਗਾ ਹੈ, ਮਨੁੱਖ ਵਰਗਾ ਹੈ, ਤੇਰੇ ਹੱਥ ਨੇ, ਤੂੰ ਕੰਮ ਕਰ ਸਕਦਾ ਹੈ, ਆਪਣਾ ਘਰ ਬਣਾ ਸਕਦਾ ਹੈ, ਕਿਉਂ ਨਹੀਂ ਆਪਣਾ ਘਰ ਬਣਾਉਂਦਾ? ਠੰਡ ਵਿੱਚ ਠਰ ਰਿਹਾ, ਜੇ ਘਰ ਬਣਾ ਲਵੇ ਤੇ ਸੁੱਖ ਦੇ ਸਹਿਤ ਰਹਿਣਾ ਕਰੇ, ਠੰਡ ਤੋਂ ਬਚ ਸਕਦਾ ਹੈ। ਜਦੋਂ ਇਹ ਗੱਲ ਕਹੀ, ਤੇ ਜੇ ਕਈ ਵੀ ਮੂਰਖ ਜਿਹੜੇ ਬੰਦੇ ਨੇ ਉਹਨਾਂ ਨੂੰ ਸਿਆਣੀ ਗੱਲ ਕਹੋ, ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਉਹ ਕਹਿੰਦੇ ਤੂੰ ਕੌਣ ਹੁੰਦਾ ਮੈਨੂੰ ਇੰਨੀ ਗੱਲ ਕਹਿਣ ਵਾਲਾ? ਉਹ ਕਹਿਣ ਲੱਗਾ ਮੈਂ ਆਪਣਾ ਤਾਂ ਨਹੀਂ ਬਣਾ ਸਕਦਾ, ਪਰ ਤੇਰਾ ਜ਼ਰੂਰ ਢਾ ਦਿਆਂਗਾ। ਉੱਪਰ ਚੜਿਆ ਤੇ ਉਹਨੇ ਵਿਜੜੇ ਦਾ ਜਿਹੜਾ ਆਲਣਾ ਸੀ ਉਹ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ। ਕਹਿਣ ਲੱਗਾ ਮੂਰਖ, ਤੂੰ ਪੰਡਤ ਬਾਂਦਰ ਦੇ ਨਾਲ ਇਹ ਪੰਗਾ ਲਿਆ, ਲੈ ਮੈਂ ਤੇਰਾ ਹੀ ਘਰ ਤੋੜ ਦਿੰਦਾ। ਦੁਨੀਆ ਦੇ ਵਿੱਚ ਵੀ ਉਹ ਲੋਕ ਆਏ ਜਿਨ੍ਹਾਂ ਨੇ ਚੰਗੇ ਭਲੇ ਵਸਦੇ ਹੋਏ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ। ਉਹ ਗ੍ਰਸਤ ਨੂੰ ਤਿਆਗ ਕੇ, ਘਰ ਨੂੰ ਤਿਆਗ ਕੇ ਜੰਗਲਾਂ ਵਿੱਚ ਚਲੇ ਗਏ। ਰਾਜਾ ਗੋਪੀ ਚੰਦ, ਰਾਜੇ ਭਰਥਰੀ ਵਰਗੇ ਯੋਗ ਸਾਧਨਾ ਕਰਨ ਦੇ ਲਈ ਚੰਗੇ ਭਲੇ ਪਰਿਵਾਰ ਵਿੱਚ ਸੁੱਖ ਦੇ ਸਹਿਤ ਵਸਦੇ ਸਨ। ਉਹਨਾਂ ਨੂੰ ਕਹਿ ਦਿੱਤਾ ਤੁਸੀਂ ਇੱਥੇ ਵਸ ਕੇ ਉਹ ਯੋਗ ਦੀ ਪ੍ਰਾਪਤੀ ਨਹੀਂ ਕਰ ਸਕਦੇ, ਤੁਹਾਨੂੰ ਪ੍ਰਮਾਤਮਾ ਨਹੀਂ ਮਿਲ ਸਕਦਾ, ਘਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ। ਹੁਣ ਉਹ ਛੱਡ ਕੇ ਜੰਗਲਾਂ ਵਿੱਚ ਚਲੇ ਗਏ, ਘਰ-ਬਾਰ ਤਿਆਗ ਦਿੱਤਾ। ਤੇ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਜੋਗ ਨਾ ਭਗਵੇ ਕਪੜੇ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕਾ ਉਪਦੇਸ਼। ਪਾਤਸ਼ਾਹ ਕਹਿੰਦੇ ਤਾਂ ਘਰ ਦੇ ਵਿੱਚ ਹੀ ਪ੍ਰਾਪਤ ਹੋ ਜਾਣਾ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਘਰ 'ਚੋਂ ਹੀ ਪ੍ਰਾਪਤ ਹੋ ਜਾਣਾ। ਪਰ ਇਹ ਗੱਲ ਪੂਰਾ ਗੁਰੂ ਕਹੇਗਾ ਨਾ। ਜਿਹੜੇ ਅਧੂਰੇ ਗੁਰੂ ਨੇ, ਕੱਚੇ ਪਿੱਲੇ ਗੁਰੂ ਬਣੇ ਫਿਰਦੇ ਨੇ, ਉਹ ਤਾਂ ਦੂਜਿਆਂ ਦਾ ਘਰ ਉਜਾੜਨ ਵਾਲੇ ਨੇ, ਵਸਾਉਣ ਵਾਲੇ ਨਹੀਂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਗੁਰਸਿੱਖਾਂ, ਗੁਰੂ ਪਿਆਰਿਆਂ ਦਾ ਸਿਮਰਨ ਕਰਨ ਵਾਲਿਆਂ ਦਾ ਘਰ ਸੁੱਖ ਦੇ ਸਹਿਤ ਵਸਾਉਣਾ ਕੀਤਾ। ਜਿਹਦੇ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ। ਗੁਰੂ ਸਾਹਿਬ ਕੋਲ ਜਦੋਂ ਕਿਸੇ ਨੇ ਉਪਦੇਸ਼ ਲੈਣ ਆਉਣਾ, ਸਤਿਗੁਰੂ ਪਾਤਸ਼ਾਹ ਜੀ ਨੇ ਕਹਿਣਾ ਘਰ ਦੇ ਅੰਦਰ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ ਕਰੋ। ਪਰਿਵਾਰ ਸਾਰੇ ਬੈਠ ਕੇ ਸੰਗਤ ਕਰਦੇ ਆ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਘਰ ਘਰ ਅੰਦਰ ਧਰਮਸ਼ਾਲ, ਤੁਹਾਡਾ ਘਰ ਧਰਮਸ਼ਾਲ ਬਣ ਜਾਏ, ਧਰਮ ਕਮਾਉਣ ਵਾਲੀ ਥਾਂ ਬਣ ਜਾਏ। ਹੋਵਾ ਕੀਰਤਨ ਸਦਾ ਵਸੋਵਾ, ਜਿੱਥੇ ਸਦਾ ਹੀ ਹਰੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਹੋਵੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰ ਵਿੱਚ ਆਏ ਤੇ ਉਹਨਾਂ ਨੇ ਸੁੱਖਾਂ ਦੇ ਸਹਿਤ ਘਰ ਵਸਾਉਣਾ ਕੀਤੇ। ਇੱਕ ਉਹ ਸਨ ਜਿਹੜੇ ਕਹਿੰਦੇ ਘਰ ਬਾਰ ਛੱਡ ਕੇ ਜੰਗਲਾਂ 'ਚ ਚਲੇ ਜਾਓ। ਸਮਝਾਉਣ ਵਾਸਤੇ ਅਲੰਕਾਰ ਵਰਤਦਿਆਂ ਮਹਾਂਪੁਰਸ਼ਾਂ ਨੇ ਸਾਖੀ ਜਿਹੜੀ ਹੈ
ਉਸ ਸੁਣਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਇੱਕ ਵਾਰੀ ਇੱਕ ਰਾਜੇ ਨੇ ਆਪਣੀ ਪ੍ਰਜਾ ਨੂੰ ਹੁਕਮ ਦਿੱਤਾ ਕਿ ਜਿੰਨੇ ਵੀ ਇਸ ਸ਼ਹਿਰ ਦੇ ਵਾਸੀ ਨੇ ਸਾਰੇ ਆਪੋ ਆਪਣੇ ਘਰ ਸਵਾਰ ਕੇ ਰੱਖਣ, ਤੇ ਜਿਹੜਾ ਸਿੱਧਾ ਵੀ ਸੁੰਦਰ ਘਰ ਸਜਿਆ ਹੋਵੇਗਾ, ਬਹੁਤ ਸੁੰਦਰ ਹੋਵੇਗਾ, ਸਾਰਿਆਂ ਦੇ ਵਿੱਚੋਂ ਜਿਹਦਾ ਇੱਕ ਨੰਬਰ ਤੇ ਘਰ ਸਜਿਆ ਹੋਇਆ ਸਾਨੂੰ ਪਸੰਦ ਆਇਆ, ਮੈਂ ਉਸ ਘਰ ਦੇ ਵਿੱਚ ਨਿਵਾਸ ਕਰ ਲਵਾਂਗਾ, ਰਾਜ ਭਾਗ ਉਹਨੂੰ ਦੇ ਦਿਆਂਗਾ ਜਿਹੜਾ ਆਪਣਾ ਘਰ ਇੰਨਾ ਸੁੰਦਰ ਸਵਾਰੇਗਾ। ਤੇ ਹੁਣ ਸਾਰਿਆਂ ਨੇ ਸੋਚਿਆ ਕਿ ਰਾਜ ਭਾਗ ਮਿਲਣਾ ਸ਼ੁਰੂ ਕਰ ਦਿੱਤੇ, ਆਪਣੇ ਆਪਣੇ ਘਰ ਸਵਾਰਨੇ, ਬੜੇ ਬੜੇ ਸੋਹਣੇ ਸੁੰਦਰ ਵਿਛਾਈਆਂ ਕੀਤੀਆਂ, ਚੰਗੀ ਤਰ੍ਹਾਂ ਸਫਾਈਆਂ ਕੀਤੀਆਂ ਘਰ ਦੀਆਂ, ਘਰਾਂ ਨੂੰ ਸਵਾਰਿਆ। ਤੇ ਹੁਣ ਰਾਜੇ ਨੇ ਆਉਣ ਵਿੱਚ ਦੇਰੀ ਕੀਤੀ, ਜਿਹੜਾ ਸਮਾਂ ਦਿੱਤਾ ਸੀ ਉਹਦੇ ਤੋਂ ਜਾਣ ਬੁੱਝ ਕੇ ਕੁਝ ਦੇਰੀ ਕਰ ਦਿੱਤੀ। ਤੇ ਜਦੋਂ ਦੇਰੀ ਕਰਕੇ ਰਾਜਾ ਆਇਆ ਤੇ ਹੁਣ ਜਿਹੜੇ ਕਾਹਲੇ ਲੋਕ ਸਨ, ਜਿਨ੍ਹਾਂ ਦੇ ਅੰਦਰ ਸਹਿਜ ਨਹੀਂ, ਠਹਿਰਾਵ ਨਹੀਂ, ਉਹਨਾਂ ਵੇਖਿਆ ਕਿ ਰਾਜੇ ਨੇ ਉਦਾਂ ਹੀ ਕਹਿ ਦਿੱਤਾ ਹੋਣਾ, ਉਹਨੇ ਕਿੱਥੇ ਆਉਣਾ ਚੱਲ ਕੇ, ਕੋਈ ਰਾਜ ਭਾਗ ਵੀ ਦਿੰਦਾ। ਉਹਨਾਂ ਨੇ ਫਿਰ ਉਸੇ ਤਰ੍ਹਾਂ ਕੀਤਾ, ਘਰ 'ਚ ਖਲਾਰਾ ਪਾ ਦਿੱਤਾ, ਪਸ਼ੂ ਬੰਨ੍ਹ ਲਏ, ਚਾਰੇ ਪਾਸੇ ਖਲਾਰਾ ਪਿਆ, ਗੋਹਾ ਕੂੜਾ ਕਰਕਟ ਖਿਲਰਿਆ ਪਿਆ। ਕੁਝ ਉਹ ਸਨ ਜਿਹੜੇ ਸਿਦਕਵਾਨ ਸਨ, ਜਿਨ੍ਹਾਂ ਅੰਦਰ ਸਹਿਜ ਸੀ, ਜੇ ਰਾਜੇ ਨੇ ਕਿਹਾ ਤੇ ਜ਼ਰੂਰ ਆਵੇਗਾ, ਰਾਜਾ ਧਰਮੀ ਹੈ, ਰਾਜਾ ਦਿੱਤਾ ਹੋਇਆ ਬਚਨ ਪਾਲਦਾ ਹੈ। ਉਹਨਾਂ ਨੇ ਘਰ ਉਸੇ ਤਰ੍ਹਾਂ ਸਵਾਰ ਕੇ ਰੱਖਿਆ, ਉਹਦੇ ਤੇ ਸੁੰਦਰ ਸੋਹਣੀ ਵਿਛਾਈ ਕੀਤੀ, ਫੁੱਲ ਬੂਟੇ ਲਟਕਾਏ, ਬੜਾ ਸੋਹਣਾ ਸਵਾਰਿਆ। ਤੇ ਹੁਣ ਰਾਜਾ ਜਦੋਂ ਚੱਲ ਕੇ ਆਇਆ ਤੇ ਬਹੁਤਾਤ ਵਿੱਚ ਘਰ ਸਨ ਜਿਨ੍ਹਾਂ ਵਿੱਚ ਗੰਦਗੀ ਖਿਲਰੀ ਪਈ ਸੀ, ਕੂੜਾ ਕਰਕਟ ਖਿਲਰਿਆ ਪਿਆ, ਕੋਈ ਘਰ ਦੀ ਸਫਾਈ ਨਹੀਂ, ਕੋਈ ਸਮਾਨ ਇੱਧਰ ਪਿਆ, ਕੋਈ ਇੱਧਰ ਪਿਆ। ਉਹਨਾਂ ਨੂੰ ਚੁੱਕ ਕੇ ਰਾਜੇ ਨੇ ਕੈਦ ਵਿੱਚ ਪਾ ਦਿੱਤਾ ਕਿ ਤੁਹਾਨੂੰ ਸਾਫ਼ ਸੁਥਰੀ ਜ਼ਿੰਦਗੀ ਜਿਉਣੀ ਨਹੀਂ ਆਉਂਦੀ, ਜੀਵਨ ਸਾਫ਼ ਸੁਥਰਾ ਮਨੁੱਖਾ ਜੀਵਨ ਮਿਲਿਆ ਹੈ, ਸਫਾਈ ਰੱਖਣੀ ਨਹੀਂ ਆਉਂਦੀ, ਕੈਦ ਵਿੱਚ ਪਾ ਦਿੱਤਾ। ਦੂਜੇ ਪਾਸੇ ਜਿਹੜੇ ਸਾਫ਼ ਘਰ ਸਨ ਤੇ ਉਹਨਾਂ ਵਿੱਚੋਂ ਜਿਹੜਾ ਘਰ ਇੱਕ ਨੰਬਰ ਤੇ ਆਇਆ, ਜਿਹਦੀ ਸਫਾਈ ਬਹੁਤ ਵਧੀਆ ਸੀ, ਬੜਾ ਸਵਾਰਿਆ ਹੋਇਆ, ਰਾਜੇ ਨੇ ਉੱਥੇ ਨਿਵਾਸ ਕਰ ਲਿਆ, ਰਾਜ ਭਾਗ ਉਹਨਾਂ ਨੂੰ ਦਿੱਤਾ। ਬਾਕੀਆਂ ਨੂੰ ਜਿਨ੍ਹਾਂ ਦੇ ਹੋਰ ਜਿਹੜੇ ਸਨ ਕੁਝ ਵਧੀਆ ਆਏ, ਉਹਨਾਂ ਨੂੰ ਵੀ ਸੁੱਖ ਸਹੂਲਤ ਦੇਣਾ ਕੀਤੀ। ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਸਰੀਰ ਰੂਪੀ ਘਰ ਦਿੱਤਾ। ਸਰੀਰ ਰੂਪੀ ਘਰ ਦੇ ਕੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਕਿਹਾ, ਘਰ ਨੂੰ ਸਵਾਰ ਕੇ ਰੱਖਣਾ ਹੈ, ਇਸ ਘਰ ਦੇ ਹਿਰਦੇ ਰੂਪੀ ਸੇਜਾ ਤੇ ਆ ਕੇ ਮੈਂ ਨਿਵਾਸ ਕਰਨਾ ਹੈ, ਤੇ ਆਪਣਾ ਸਵਰੂਪ ਰੂਪੀ ਜਿਹੜਾ ਤਾਜ ਹੈ, ਜਿਹੜਾ ਤਖਤ ਹੈ, ਉਹ ਮੈਂ ਤੁਹਾਨੂੰ ਦੇ ਦੇਣਾ। ਹੁਣ ਵਿਰਲੇ ਮਨੁੱਖ ਨੇ ਜਿਹੜਾ ਘਰ ਸਵਾਰ ਕੇ ਰੱਖਦੇ ਨੇ, ਮਨੁੱਖਾ ਰੂਪ ਇਹ ਜੀਵਨ ਪ੍ਰਾਪਤ ਕਰਕੇ। ਹੁਣ ਵਾਹਿਗੁਰੂ ਪਰਮੇਸ਼ਰ ਵੀ ਤਾਂ ਪਰਖਦਾ ਨਾ, ਉਹ ਵੀ ਪਰਖ ਕਰਦਾ ਹੈ। ਕਈ ਵਾਰੀ ਥੋੜਾ ਬਹੁਤਾ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ, ਕੋਈ ਪੁੰਨਦਾਨ ਕਰਨਾ ਸ਼ੁਰੂ ਕਰ ਦਿੱਤਾ, ਫਿਰ ਵੇਖਿਆ ਗੱਲ ਨਹੀਂ ਬਣੀ, ਫਿਰ ਉਸੇ ਰਾਹ ਤੁਰ ਪਏ। ਹੁਣ ਉਹ ਮਨੁੱਖ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੇ ਸੁੰਦਰ ਸਰੂਪ ਦਿੱਤਾ, ਇਹਨੂੰ ਵਿਗਾੜ ਦਿੱਤਾ, ਕੇਸ ਦਿੱਤੇ, ਉਹ ਕੱਟ ਦਿੱਤੇ, ਮੁੱਖ ਰੂਪੀ ਦਰਵਾਜ਼ਾ ਸੀ, ਇਹ ਦਰਵਾਜ਼ੇ ਦੇ ਅੰਦਰੋਂ ਜਿਹੜਾ ਸੀ ਤੰਬਾਕੂ ਆਦਿਕ ਵਿਸ਼ੇ ਵਿਕਾਰ, ਇਹ ਜਿਹੜੇ ਸਨ ਗੰਦੀਆਂ ਚੀਜ਼ਾਂ, ਭੈੜੀਆਂ ਚੀਜ਼ਾਂ, ਵਿਕਾਰ ਜਿਹੜੇ ਤਮ ਨਸ਼ੇ ਨੇ, ਇਹ ਖਾਣੇ ਸ਼ੁਰੂ ਕਰ ਦਿੱਤੇ। ਦਰਵਾਜ਼ਾ ਜਿਹੜਾ ਮੂੰਹ ਸੀ ਇਹ ਖਰਾਬ ਕਰ ਦਿੱਤਾ। ਹੁਣ ਇਹਦੇ ਵਿੱਚੋਂ ਬਦਬੂ ਆਉਂਦੀ ਹੈ, ਤੇ ਜਿੱਥੋਂ ਬਦਬੂ ਆਉਂਦੀ ਹੋਵੇ ਉੱਥੋਂ ਲੰਘਣ ਨੂੰ ਮਨ ਨਹੀਂ ਕਰਦਾ। ਮਨੁੱਖ ਆਪਣਾ ਨੱਕ ਢੱਕਦਾ, ਮੂੰਹ ਢੱਕਦਾ, ਨਾ ਫਿਰ ਜਾ ਕੇ ਕਿਤੇ ਲੰਘਦਾ। ਇਹਦੇ ਰਾਹੀਂ ਸਰੀਰ ਦੇ ਅੰਦਰ ਵਿਕਾਰ ਪੈਦਾ ਕਰ ਲਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਿਹੜੇ ਸਨ, ਇਹ ਜਾਨਵਰ ਪਸ਼ੂ ਅੰਦਰ ਬੰਨ ਲਏ, ਘਰ ਅੰਦਰ ਗੰਦਗੀ ਫੈਲ ਗਈ, ਭਰਵੱਟੇ ਮੁੰਨ ਲਏ, ਸ਼ਕਲ ਵਿਗਾੜ ਦਿੱਤੀ। ਹੁਣ ਉੱਥੇ ਪ੍ਰਭੂ ਨੇ ਆ ਕੇ ਕਿੱਥੇ ਨਿਵਾਸ ਕਰਨਾ ਹੈ? ਜਿਹੜੇ ਘਰ ਦੀ ਸ਼ਕਲ ਹੀ ਵਿਗਾੜ ਦਿੱਤੀ, ਉੱਥੇ ਪ੍ਰਭੂ ਦਾ ਨਿਵਾਸ ਨਹੀਂ ਹੋਣਾ।
ਦਾੜੀ ਚੰਗੀ ਨਹੀਂ ਲੱਗਦੀ ਕੱਟ ਦਿੱਤੀ ਜੀ, ਕੇਸ ਭਾਰੇ ਲੱਗਦੇ ਨੇ ਕੱਟ ਦਿੱਤੇ। ਇਹ ਜਿਹੜੇ ਭਰਵੱਟੇ ਨੇ, ਦਾੜੇ ਨੇ, ਮਾਨੋ ਇਹ ਰੋਮ ਸਾਡੇ ਸਰੀਰ ਦੇ ਰੋਸ਼ਨਦਾਨ ਨੇ। ਸਿਰ ਦੇ ਉੱਤੇ ਜਿਹੜਾ ਜੂੜਾ ਮਾਨੋ ਸਾਡਾ ਕਲਸ ਹੈ। ਕਲਸ ਵੇਖਦੇ ਨਾ ਉੱਪਰ, ਕਲਸ ਉੱਪਰ ਲਾਉਂਦੇ ਆ, ਇਹ ਕਲਸ ਹੈ। ਇਹ ਕਲਸ ਢਾ ਦਿੱਤਾ, ਇਹ ਰੋਸ਼ਨਦਾਨ ਖਤਮ ਕਰ ਦਿੱਤੇ। ਤੇ ਪ੍ਰਭੂ ਨੇ ਆ ਕੇ ਕਿੱਥੇ ਨਿਵਾਸ ਕਰਨਾ ਸੀ? ਸਾਬਤ ਸੂਰਤ ਦਸਤਾਰ ਸਿਰਾ। ਕਬੀਰ ਜੈਸੀ ਉਪਜੇ ਪੇੜ ਤੇ ਜੋ ਤੈਸੀ ਨਿਭਹਿ ਓੜ। ਹੀਰਾ ਕਿਸਕਾ ਬਾਪੁਰਾ ਪੁਜੈ ਨਾ ਰਤਨ ਕਰੋੜ। ਕਹਿੰਦੇ ਜਿੱਦਾਂ ਦਾ ਮਨੁੱਖ ਦਾ ਜਨਮ ਹੋਇਆ ਸੀ ਨਾ, ਜਨਮ ਲੈਣ ਸਾਰ ਸਰੀਰ ਮਿਲਿਆ ਸੀ ਜਿਹੜਾ ਪਰਮੇਸ਼ਰ ਨੇ ਦਿੱਤਾ ਸੀ, ਜਿਨ੍ਹਾਂ ਨੇ ਉਹਦੀ ਸੰਭਾਲ ਕੀਤੀ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਨੂੰ ਨਹੀਂ ਮਨਾਇਆ, ਰਗੜਿਆ, ਕੇਸ ਸੰਭਾਲ ਕੇ ਰੱਖੇ, ਸਰੀਰ ਨੂੰ ਉਸੇ ਤਰ੍ਹਾਂ ਸਾਬਤ ਸੂਰਤ ਰੱਖਿਆ। ਕਹਿੰਦੇ ਮਨੁੱਖਾ ਰੂਪੀ ਹੀਰਾ ਜਨਮ ਕੀ, ਜਿਹੜੇ ਕਰੋੜਾਂ ਦੇਵੀ ਦੇਵਤੇ ਨੇ ਉਹ ਵੀ ਉਹਦੀ ਜਿਹੜੀ ਹੈ ਬਰਾਬਰਤਾ ਨਹੀਂ ਕਰ ਸਕਦੇ, ਉਹ ਵੀ ਉਹਦੇ ਬਰਾਬਰਤਾ ਨਹੀਂ ਕਰ ਸਕਦੇ। ਐਸਾ ਜੀਵਨ ਹੈ ਜਿਹੜਾ ਕੇਸ ਆਪਣਾ ਇੱਕ ਵੀ ਰੋਮ ਦੀ ਬੇਅਦਬੀ ਨਹੀਂ ਕਰਦਾ। ਕਹਿੰਦੇ ਉਹ ਵੀ ਉਹਦੇ ਤੁਲ ਨਹੀਂ, ਉਹ ਵੀ ਉਹਦੇ ਸਮਾਨ ਨਹੀਂ, ਜਿਨ੍ਹਾਂ ਨੇ ਸੰਭਾਲ ਕੇ ਰੱਖਿਆ। ਤੇ ਹੁਣ ਜਿਨ੍ਹਾਂ ਨੇ ਸੰਭਾਲਿਆ ਸਾਬਤ ਸੂਰਤ ਰਹੇ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਮੁਖ ਦੁਆਰਾ ਜਪਿਆ, ਫਿਰ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਵਸਦਾ ਹੈ, ਨਿਵਾਸ ਕਰਦਾ ਹੈ, ਤੇ ਉਹਨਾਂ ਨੂੰ ਆਪਣਾ ਜਿਹੜਾ ਹੈ ਸਵਰੂਪ ਰੂਪੀ ਜਿਹੜਾ ਤਖਤ ਹੈ ਉਹ ਬਖਸ਼ ਦਿੰਦਾ ਹੈ। ਉਹ ਵਿਰਲੇ ਹਨ ਹੈਨ ਵਿਰਲੇ ਨਾਹੀ ਘਣੇ, ਫੈਲ ਪਕੜ ਸੰਸਾਰ ਜਗ ਮੈਂ ਉਤਮ ਕਾਢੀਏ। ਵਿਰਲੇ ਕਈ ਕੇ ਉਹ ਵਿਰਲੇ ਨੇ। ਸੋ ਇੱਥੇ ਜਿੱਥੇ ਉਸ ਵਾਹਿਗੁਰੂ ਪਰਮੇਸ਼ਰ ਨੇ ਨਿਵਾਸ ਕਰਨਾ, ਵਸਣਾ ਹੈ, ਉਸ ਘਰ ਦਾ, ਹਿਰਦੇ ਰੂਪੀ ਘਰ ਦਾ ਅੱਜ ਦੇ ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਆਓ ਅੱਜ ਦੇ ਪਾਵਨ ਸ਼ਬਦ ਵਿੱਚ ਸਾਨੂੰ ਪਾਵਨ ਉਪਦੇਸ਼ ਦੇ ਕੇ ਸਮਝਾ ਰਹੇ ਨੇ। ਪਾਵਨ ਸ਼ਬਦ ਦੇ ਨਾਲ ਆਪਣੀਆਂ ਸੁਰਤੀਆਂ ਨੂੰ ਜੋੜਨ ਦੇ ਲਈ, ਇਕਾਗਰਤਾ ਬਣਾਉਣ ਦੇ ਲਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ। ਸੋਰਠ ਰਾਗ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਸਮਝਾ ਰਹੇ ਨੇ ਜਿਤ ਪਾਰ ਬ੍ਰਹਮ ਚਿਤ ਆਇਆ। ਜਿਸ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਯਾਦ ਹੈ, ਚੇਤੇ ਵਿੱਚ ਹੈ, ਸਿਮਰਤੀ ਵਿੱਚ ਉਹਦੀ ਯਾਦ ਵਸੀ ਹੋਈ ਹੈ, ਜਿਨ੍ਹਾਂ ਨੂੰ ਕਦੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ, ਅੱਠੇ ਪਹਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਸਾਸ ਗਰਾਸ ਸਾਹ ਲੈਂਦਿਆਂ, ਗਰਾਸ ਗਰਾਈ ਮੂੰਹ ਵਿੱਚ ਪਾਉਂਦਿਆਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ। ਯਾਦ ਜਿਹੜੀ ਹੈ ਉਹਨਾਂ ਦੇ ਚਿੱਤ ਵਿੱਚ ਸਮਾਈ ਹੋਈ ਹੈ। ਸੋ ਘਰ ਦਈਏ ਵਸਾਇਆ। ਪਾਤਸ਼ਾਹ ਜੀ ਕਹਿੰਦੇ ਉਹ ਘਰ ਗੁਰੂ ਨੇ ਕਿਰਪਾ ਕਰਕੇ ਦਇਆ ਦੇ ਸਹਿਤ ਸੁਖ ਦੇ ਨਾਲ ਵਸਾ ਦਿੱਤਾ ਹੈ। ਦਈਏ ਵਸਾਇਆ, ਦਇਆ ਕਰਕੇ, ਕਿਰਪਾ ਕਰਕੇ ਸੁਖ ਦੇ ਸਹਿਤ ਜਿਹੜਾ ਹੈ ਉਹ ਘਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਉਸ ਘਰ ਵਿੱਚ ਨਿਵਾਸ ਹੋ ਗਿਆ। ਜਿਹਦੇ ਚਿੱਤ ਵਿੱਚ ਯਾਦ ਹੈ, ਸਿਮਰਨ ਹੈ, ਉਹਦਾ ਲਾਭ ਕੀ ਪ੍ਰਾਪਤ ਹੋਇਆ? ਉਹਦਾ ਲਾਭ ਇਹ ਪ੍ਰਾਪਤ ਹੋਇਆ ਕਿ ਉਹ ਘਰ ਸੁਖ ਦੇ ਸਹਿਤ ਵਸ ਗਿਆ, ਸੁਖ ਦੇ ਸਹਿਤ ਵਸਾਉਣਾ ਕੀਤਾ। ਅੱਜ ਹਰ ਮਨੁੱਖ ਚਾਹੁੰਦਾ ਹੈ ਮੇਰੇ ਘਰ ਵਿੱਚ ਸੁਖ ਹੋਣ,
ਕਦੀ ਵੀ ਜ਼ਿੰਦਗੀ ਵਿੱਚ ਦੁੱਖ ਨਾ ਆਵੇ, ਮੈਂ ਸੁਖੀ ਹੋਵਾਂ। ਹਰ ਮਨੁੱਖ ਦੀ ਇਹੀ ਲੋਚਾ ਹੈ, ਸੁਖ ਦੀ ਖਾਤਰ ਮਨੁੱਖ ਦੌੜਿਆ ਫਿਰਦਾ ਹੈ। ਪਰ ਪਾਤਸ਼ਾਹ ਕਹਿੰਦੇ ਜੇਕਰ ਤੂੰ ਘਰ ਦੇ ਅੰਦਰ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਹੈ, ਉਹਦੀ ਯਾਦ ਤੇਰੇ ਚੇਤੇ ਵਿੱਚ ਹੈ, ਤਾਂ ਤੇਰਾ ਇਹ ਹਿਰਦਾ ਰੂਪੀ ਘਰ ਤੇ ਜਿਹੜਾ ਬਾਹਰੀ ਘਰ ਜਿੱਥੇ ਰਹਿਣਾ ਉਹ ਵੀ ਗੁਰੂ ਫਿਰ ਕਿਰਪਾ ਕਰਕੇ ਸੁੱਖ ਦੇ ਨਾਲ ਭਰ ਦਿੰਦਾ, ਸੁੱਖ ਦੇ ਸਹਿਤ ਵਸਾ ਦਿੰਦਾ, ਸੁੱਖ ਦੇ ਨਾਲ ਉਸ ਘਰ ਨੂੰ ਭਰ ਦਿੰਦਾ ਹੈ। ਸੁਖ ਸਾਗਰ ਗੁਰ ਪਾਇਆ, ਸੁਖ ਸਾਗਰ ਗੁਰ ਪਾਇਆ। ਫਿਰ ਉਹ ਮਨੁੱਖ ਸੁੱਖਾਂ ਦੇ ਸਾਗਰ, ਸੁੱਖਾਂ ਦੇ ਸਮੁੰਦਰ ਗੁਰੂ ਨੂੰ ਪਾ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ। ਸੁੱਖ ਮਿਲਣੇ ਕਿੱਥੋਂ ਨੇ? ਗੁਰੂ ਕੋਲ ਆ ਕੇ। ਗੁਰੂ ਸੁੱਖਾਂ ਦਾ ਦਾਤਾ ਹੈ। ਗੁਰੂ ਨੂੰ ਸੁੱਖਾਂ ਦੇ ਸਾਗਰ ਗੁਰੂ ਦੀ ਪ੍ਰਾਪਤੀ ਹੋ ਗਈ, ਗੁਰੂ ਨੂੰ ਪਾਉਣਾ ਕੀਤਾ। ਸਹਸਾ ਸਗਲ ਮਿਟਾਇਆ, ਤੇ ਜਿੰਨਾ ਵੀ ਜੀਵਨ ਦੇ ਅੰਦਰ ਸਹਿਸਾ ਸੀ, ਝੋਰਾ ਸੀ, ਚਿੰਤਾਵਾਂ ਸਨ, ਸਗਲ ਮਿਟਾਇਆ, ਉਹ ਸਾਰੇ ਮਿਟਾ ਦਿੱਤੇ, ਖਤਮ ਕਰ ਦਿੱਤੇ। ਕੋਈ ਸਹਿਸਾ ਝੋਰਾ ਚਿੰਤਾ ਰਹਿ ਨਹੀਂ ਦਿੱਤੀ। ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ। ਸਹਸੇ ਜਿਹੜੇ ਝੋਰੇ ਬਣੇ ਹੋਏ ਜਨ ਜ਼ਿੰਦਗੀ ਦੇ, ਉਹ ਸਾਰੇ ਗੁਰੂ ਨੇ ਕਿਰਪਾ ਕਰਕੇ ਮਿਟਾ ਦਿੱਤੇ, ਖਤਮ ਕਰ ਦਿੱਤੇ। ਹਰ ਕੇ ਨਾਮ ਕੀ ਵਡਿਆਈ, ਇਹ ਹਰੀ ਦੇ ਨਾਮ ਦੀ ਵਡਿਆਈ ਹੈ। ਹਰੀ ਦੇ ਨਾਮ ਦੀ ਵਡਿਆਈ ਹੈ। ਜਿਹੜੇ ਜਪਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਬਾਰੰਬਾਰ ਸਿਮਰਦੇ ਨੇ, ਸਵਾਸ ਸਵਾਸ ਕਰਕੇ ਸਿਮਰਦੇ ਨੇ, ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੇ ਚਿੰਤਾ ਝੋਰੇ ਜਿਹੜੇ ਹਨ ਉਹ ਸਾਰੇ ਖਤਮ ਹੋ ਜਾਂਦੇ ਨੇ। ਇਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਐਸੀ ਵਡਿਆਈ ਹੈ। ਆਠ ਪਹਿਰ ਗੁਣ ਗਾਏ, ਤੇ ਅੱਠੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਜਦੋਂ ਰਹਿਮਤ ਹੋਈ, ਕਿਰਪਾ ਹੋਈ, ਆਠ ਪਹਿਰ ਗੁਣ ਗਾਈ। ਫਿਰ ਅੱਠੇ ਪਹਿਰ ਉਹਦੇ ਗੁਣ ਗਾਉਣ ਵਿੱਚ ਲੱਗ ਪਏ। ਅੱਠੇ ਪਹਿਰ ਉਹਦੇ ਗੁਣ ਗਾਉਂਦਿਆਂ ਹੁਣ ਬਤੀਤ ਹੁੰਦਾ ਸਮਾਂ, ਸਦਾ ਉਹਦੀ ਯਾਦ ਹਿਰਦੇ ਅੰਦਰ ਬਣੀ ਰਹਿੰਦੀ ਹੈ। ਗੁਰ ਪੂਰੇ ਤੇ ਪਾਏ, ਇਹ ਪ੍ਰਾਪਤ ਕਿੱਥੋਂ ਹੋਈ? ਇਹ ਮਾਨ ਵਡਿਆਈ, ਚੰਗੀ ਮੱਤ, ਨਾਮ ਜਪਣ ਵਾਲੀ, ਅੱਠੇ ਪੈਰ ਸਿਮਰਨ ਕਰਨ ਵਾਲੀ ਪ੍ਰਾਪਤ ਕਿੱਥੋਂ ਹੋਈ? ਪਾਤਸ਼ਾਹ ਕਹਿੰਦੇ ਗੁਰ ਪੂਰੇ ਤੇ ਪਾਈ। ਪੂਰੇ ਗੁਰੂ ਦੇ ਕੋਲੋਂ, ਅਧੂਰੇ ਕੋਲੋਂ ਨਹੀਂ, ਕੱਚਿਆਂ ਪਿੱਲਿਆਂ ਕੋਲੋਂ ਨਹੀਂ, ਵਿਖਾਵੇ ਵਾਲਿਆਂ ਕੋਲੋਂ ਨਹੀਂ। ਪਾਤਸ਼ਾਹ ਕਹਿੰਦੇ ਪੂਰੇ ਗੁਰੂ ਤੋਂ, ਪੂਰੇ ਗੁਰੂ ਦੇ ਕੋਲੋਂ ਇਹ ਜਿਹੜੀ ਮਤ ਹੈ, ਇਹ ਮਾਨ ਵਡਿਆਈ ਪੂਰੇ ਗੁਰੂ ਦੇ ਕੋਲੋਂ ਪ੍ਰਾਪਤ ਹੋਈ। ਰਹਾਉ ਪ੍ਰਭ ਕੇ ਅਕਥ ਕਹਾਣੀ, ਉਸ ਪ੍ਰਭੂ ਦੀ ਕਹਾਣੀ ਅਕਥ ਹੈ, ਉਹ ਕਥਨ ਵਿੱਚ ਨਹੀਂ ਆਉਂਦੀ, ਉਹਨੂੰ ਕਥਿਆ ਨਹੀਂ ਜਾ ਸਕਦਾ, ਕੋਈ ਕਥਨ ਨਹੀਂ ਕਰ ਸਕਦਾ। ਉਹ ਬੇਅੰਤ ਹੈ, ਉਹਨੂੰ ਉਹ ਅਕਥ ਹੈ, ਉਹ ਕਥਨ ਵਿੱਚ ਨਹੀਂ ਆਉਂਦਾ। ਐਸਾ ਉਹ ਪ੍ਰਭੂ ਹੈ। ਜਨ ਬੋਲ ਹੈ ਅੰਮ੍ਰਿਤ ਬਾਣੀ, ਉਹਦੇ ਜਿਹੜੇ ਸੇਵਕ ਹਨ ਉਹ ਅੰਮ੍ਰਿਤ ਬਾਣੀ ਬੋਲਦੇ ਨੇ। ਅੰਮ੍ਰਿਤ ਰੂਪ ਬਾਣੀ ਜਿਹੜੀ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਹੈ, ਉਹ ਬਾਣੀ ਆਪਣੇ ਮੁਖ ਦੁਆਰਾ ਬੋਲਦੇ ਹਨ। ਨਾਨਕ ਦਾਸ ਵਖਾਣੇ, ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਨਾਨਕ ਦਾਸ ਵਖਾਣੀ, ਉਹਨਾਂ ਤੇ ਉਹ ਰਹਿਮਤ ਕਰਦਾ, ਕਿਰਪਾ ਕਰਦਾ ਹੈ। ਗੁਰ ਪੂਰੇ ਤੇ ਜਾਣੇ, ਨਾਨਕ ਦਾਸ ਇਹ ਵਖਿਆਣ ਕਰਦਾ ਪੂਰੇ ਗੁਰੂ ਤੇ ਜਾਣੀ। ਗੁਰੂ ਪੂਰੇ ਦੇ ਕੋਲੋਂ ਇਹ ਮੈਂ ਜਾਣੀ ਹੈ। ਇਹ ਜਿਹੜਾ ਗਿਆਨ ਪ੍ਰਾਪਤ ਕੀਤਾ, ਇਹ ਜਿਹੜਾ ਜਾਣਿਆ ਉਸ ਅਕਾਲ ਪੁਰਖ ਪਰਮੇਸ਼ਰ ਦੇ ਬਾਬਤ, ਜਿੱਥੇ ਪ੍ਰਭੂ ਦਾ ਨਿਵਾਸ ਹੈ, ਜਿੱਥੇ ਆ ਕੇ ਪ੍ਰਭੂ ਟਿਕਦਾ ਹਿਰਦੇ ਰੂਪੀ ਘਰ ਦੇ ਵਿੱਚ, ਜਿਹੜੀ ਉਹਦੇ ਨਾਮ ਦੀ ਮਹਿਮਾ ਵਡਿਆਈ ਹੈ, ਉਹ ਮੈਂ ਪੂਰੇ ਗੁਰੂ ਦੇ ਕੋਲੋਂ ਜਾਣੀ ਹੈ। ਪੂਰੇ ਗੁਰੂ ਦੇ ਕੋਲੋਂ ਆ ਕੇ ਮੈਨੂੰ ਇਹ ਪ੍ਰਾਪਤ ਹੋਈ ਹੈ। ਸੋ ਸਤਿਗੁਰ ਪਾਤਸ਼ਾਹ ਜੀ ਨੇ ਇਹ ਪਾਵਨ ਜਿਹੜਾ ਉਪਦੇਸ਼ ਹੈ ਉਹ ਸਾਨੂੰ ਦੇ ਕਰਕੇ ਸਮਝਾਉਣਾ ਕੀਤਾ। ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ, ਇਹਨੂੰ ਸਵਾਰ ਕਰਕੇ ਰੱਖਣਾ ਕਰ। ਸਾਬਤ ਸੂਰਤ ਦਸਤਾਰ ਸਿਰਾ, ਇਸ ਸਰੂਪ ਦੀ ਸੰਭਾਲ ਕਰ। ਇਹ ਮੁਖ ਦੇ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ। ਹਿਰਦਾ ਰੂਪੀ ਘਰ ਜਦੋਂ ਸਵਾਰਿਆ ਹੋਵੇਗਾ, ਸਜਿਆ ਹੋਵੇਗਾ,
ਨਾਮ ਨਾਲ ਸ਼ਿੰਗਾਰਿਆ ਹੋਵੇਗਾ, ਫਿਰ ਵਾਹਿਗੁਰੂ ਪਰਮੇਸ਼ਰ ਇਹਦੇ ਤੇ ਆ ਕੇ ਨਿਵਾਸ ਕਰਦਾ ਹੈ। ਉਹਦੇ ਨਾਮ ਦੀ ਮਹਿਮਾ, ਉਹਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ।